Good morning, students. Students, this is Geeta Agarwal, English mistress. This is your 10th class online class for date 6th of January 2022. ਬੱਚਿਓ ਅੱਜ ਆਪਾਂ ਸੈਕਿੰਡ ਟਰਮ ਦਾ ਸਿਲੇਬਸ ਸ਼ੁਰੂ ਕਰਨ ਜਾ ਰਹੇ ਹਾਂ। ਫਸਟ ਲੈਸਨ ਮੇਨ ਕੋਰਸ ਬੁੱਕ ਦਾ 10th ਕਲਾਸ ਦੀ ਮੇਨ ਕੋਰਸ ਬੁੱਕ ਦਾ ਫਸਟ ਲੈਸਨ ਜਿਹੜਾ ਸੈਕਿੰਡ ਟਰਮ ਦਾ ਰਹੂਗਾ ਉਹ ਹੈ ਸਮ ਗਲਿੰਪਸਿਸ ਆਫ ਐਂਸ਼ੀਅੰਟ ਇੰਡੀਅਨ ਥਾਟ ਐਂਡ ਪ੍ਰੈਕਟਿਸਿਸ। ਤਾਂ ਆਓ ਆਪਾਂ ਜਲਦੀ ਨਾਲ ਲੈਸਨ ਸਟਾਰਟ ਕਰੀਏ। ਤੁਸੀਂ ਆਪਣੀ ਬੁੱਕ ਖੋਲ ਸਕਦੇ ਹੋ। ਬੁੱਕ ਦੇ ਵਿੱਚ 5th ਲੈਸਨ ਸਮ ਗਲਿੰਪਸਿਸ ਆਫ ਐਂਸ਼ੀਅੰਟ ਇੰਡੀਅਨ ਥਾਟ ਐਂਡ ਪ੍ਰੈਕਟਿਸਿਸ ਖੋਲ ਲਓ। ਤੁਸੀਂ ਲਾਈਨ ਟੂ ਲਾਈਨ ਵਰਡ ਟੂ ਵਰਡ ਆਪਾਂ ਪੜ੍ਹਾਂਗੇ। ਜਲਦੀ ਨਾਲ ਆਪਣੀ ਬੁੱਕ ਖੋਲ ਲਓ। ਸਿੰਸ ਟਾਈਮਸ immemorial, India has always occupied a place of honor and glory in the comity of nations. The rich culture of this great country has been illumined by the great Vedas and the Puranas, the Gita, the Ramayana, and the Mahabharata, and rich thoughts that these and thousands of other Indian books of yore are studied with. ਤਾਂ ਬੱਚਿਓ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜੇ ਆਪਾਂ ਦੇਖੀਏ ਭਾਰਤ ਦੀ ਜਿਹੜੀ ਸੱਭਿਅਤਾ ਹੈ, ਭਾਰਤ ਨੂੰ ਜਿਹੜਾ ਇੱਕ ਔਨਰ ਮਿਲਿਆ ਹੋਇਆ ਹੈ, ਜਿਹੜੀ ਇੱਕ ਉਹਦੀ ਸ਼ਾਨੋ ਸ਼ੌਕਤ ਹੈ ਹੋਰ ਦੇਸ਼ਾਂ ਦੇ ਵਿੱਚ, ਤਾਂ ਉਹ ਬਹੁਤ ਜ਼ਿਆਦਾ ਹੈ। ਕਿਉਂ ਜ਼ਿਆਦਾ ਹੈ? ਕਿਉਂਕਿ ਸਾਡੀ ਜਿਹੜੀ ਸੱਭਿਅਤਾ ਹੈ, ਸਾਡਾ ਜਿਹੜਾ ਕਲਚਰ ਹੈ ਉਹ ਮਹਾਨ ਹੈ। ਇਸ ਕਰਕੇ ਇਹ ਮਹਾਨ ਕਿਉਂ ਹੈ? ਕਿਉਂਕਿ ਇਹ ਰੁਸ਼ਨਾਇਆ ਹੋਇਆ ਹੈ ਕਿਸ ਦੇ ਨਾਲ? ਵੇਦਾਸ ਦੇ ਨਾਲ, ਪੁਰਾਨਾਸ, ਗੀਤਾ, ਰਾਮਾਇਣ, ਮਹਾਭਾਰਤ ਅਤੇ ਇਹੋ ਜਿਹੀਆਂ ਹੋਰ ਵੀ ਹਜ਼ਾਰਾਂ ਹੀ ਬੁੱਕਸ ਨੇ ਸਾਡੇ ਸੱਭਿਅਤਾ ਦੇ ਵਿੱਚ ਜਿਹੜੀਆਂ ਸਾਡੇ ਸੱਭਿਅਤਾ ਨੂੰ ਮਹਾਨ ਬਣਾ ਦਿੰਦੀਆਂ ਨੇ। Some selected snippets, episodes and gems of thought representing the ethos and philosophy of this great land are being given here as food of thought. ਤਾਂ ਇਸ ਲੈਸਨ ਦੇ ਵਿੱਚ ਆਪਾਂ ਕੁਛ ਐਪੀਸੋਡਸ ਦੇਖਾਂਗੇ, ਕੁਛ ਝਲਕਾਂ ਦੇਖਾਂਗੇ, ਜਿਸ ਦੇ ਨਾਲ ਕਿ ਸਾਨੂੰ ਸਮਝ ਆਊਗਾ ਕਿ ਭਾਰਤ ਦੀ ਜਿਹੜੀ ਸੱਭਿਅਤਾ ਹੈ, ਜਿਹੜਾ ਕਲਚਰ ਹੈ ਉਹ ਇੰਨਾ ਮਹਾਨ ਕਿਉਂ ਹੈ। ਤਾਂ ਆਓ ਹੁਣ ਲੈਸਨ ਪੜ੍ਹੀਏ। In a fight between the demons and the gods once, the demons were having an upper hand. ਇੱਕ ਵਾਰ ਰਾਖਸ਼ਾਂ ਅਤੇ ਦੇਵਤਿਆਂ ਦੇ ਵਿੱਚ ਲੜਾਈ ਹੋ ਰਹੀ ਸੀ। ਡੀਮਨਸ ਮਤਲਬ ਰਾਖਸ਼, ਗੋਡਸ ਮਤਲਬ ਦੇਵਤੇ। ਰਾਖਸ਼ਾਂ ਅਤੇ ਦੇਵਤਿਆਂ ਦੇ ਵਿੱਚ ਲੜਾਈ ਹੋ ਰਹੀ ਸੀ। ਜਿਹੜੇ ਰਾਖਸ਼ ਸੀ ਉਹ ਜਿੱਤ ਰਹੇ ਸੀ। ਹੈਵਿੰਗ ਐਨ ਅਪਰ ਹੈਂਡ ਦਾ ਮਤਲਬ ਹੈ ਰਾਖਸ਼ ਜਿੱਤ ਰਹੇ ਸੀ। ਇਨ ਡੈਸਪਰੇਸ਼ਨ ਐਂਡ ਐਂਗਜ਼ਾਈਟੀ ਦ ਗੋਡਸ ਵੈਂਟ ਟੂ ਲੋਰਡ ਵਿਸ਼ਨੂੰ। ਤਾਂ ਜਿਹੜੇ ਦੇਵਤੇ ਸੀ ਉਹ ਨਿਰਾਸ਼ ਸੀ, ਚਿੰਤਿਤ ਸੀ ਕਿਤੇ ਇਹ ਜਿੱਤ ਨਾ ਜਾਣ, ਰਾਖਸ਼ ਨਾ ਜਿੱਤ ਜਾਣ। ਤਾਂ ਉਹ ਡੈਸਪਰੇਸ਼ਨ ਦੇ ਵਿੱਚ ਨਿਰਾਸ਼ ਹੋ ਕੇ ਉਹ ਲॉर्ड ਵਿਸ਼ਨੂੰ ਕੋਲ ਗਏ, ਭਗਵਾਨ ਵਿਸ਼ਨੂੰ ਕੋਲ ਗਏ ਟੂ ਫਾਈਂਡ ਆਊਟ ਐਜ਼ ਟੂ ਹਾਊ ਦੇ ਕੁਡ ਵੈਂਕੁਇਸ਼ ਦ ਡੀਮਨਸ। ਉਹਨਾਂ ਨੂੰ ਪੁੱਛਣ ਗਏ ਕਿ ਤੁਸੀਂ ਸਾਨੂੰ ਕੋਈ ਰਾਹ ਦੱਸੋ ਕਿ ਕਿਵੇਂ ਅਸੀਂ ਰਾਖਸ਼ਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਸਕੀਏ। ਦ ਲੋਰਡ ਐਡਵਾਈਜ਼ ਦੈਮ ਟੂ ਗੈਟ ਅ ਮਾਈਟੀ ਸੌਰਡ, ਅ ਥੰਡਰਬੋਲਟ, ਵਜਰਪਤ ਪ੍ਰੀਪੇਅਰਡ ਫਰੋਮ ਦ ਬੋਨਸ ਆਫ ਸਮ ਗ੍ਰੇਟ ਸੇਜ। ਤਾਂ ਭਗਵਾਨ ਨੇ ਦੱਸਿਆ ਕਿ ਤੁਸੀਂ ਇੱਕ ਇਹੋ ਜਿਹੀ ਤਲਵਾਰ, ਸੌਰਡ ਵਰਡ ਆਇਆ 'ਚ ਮਾਈਟੀ ਸੌਰਡ, ਮਾਈਟੀ ਮਤਲਬ ਤਾਕਤਵਰ, ਸੌਰਡ ਮੀਨਸ ਤਲਵਾਰ। ਤਾਂ ਇੱਕ ਐਸੀ ਤਲਵਾਰ ਤੁਸੀਂ ਤਿਆਰ ਕਰੋ ਜਿਹੜੀ ਕਿ ਕਿਸੇ ਮਹਾਨ ਸਾਧੂ ਸੰਤ ਦੀਆਂ ਹੱਡੀਆਂ ਤੋਂ ਬਣੀ ਹੋਣੀ ਚਾਹੀਦੀ ਹੈ। ਅਕੋਰਡਿੰਗਲੀ ਦ ਗੋਡਸ ਅਪਰੋਚ ਦ ਸੇਜ ਦਧੀਚੀ। ਤਾਂ ਇਸੇ ਤਰ੍ਹਾਂ ਹੀ ਕਰਦੇ ਹੋਏ ਦੇਵਤੇ ਇੱਕ ਸਾਧੂ ਰਿਸ਼ੀ ਦਧੀਚੀ ਕੋਲ ਪਹੁੰਚਦੇ ਨੇ। ਦਧੀਚੀ ਨਾਮ ਹੈ, ਸੇਜ ਦਾ ਮਤਲਬ ਹੈ ਰਿਸ਼ੀ। ਤਾਂ ਰਿਸ਼ੀ ਦਧੀਚੀ ਕੋਲ ਪਹੁੰਚਦੇ ਨੇ ਜੋ ਕਿ ਇੱਕ ਮਹਾਨ ਸੰਤ ਸੀ, ਅ ਗ੍ਰੇਟ ਸੇਂਟ ਸੀ। ਦਧੀਚੀ took no time in laying down his life so that his bones could be made into an invincible weapon. ਤਾਂ ਦਧੀਚੀ ਰਿਸ਼ੀ ਨੇ ਕੋਈ ਸਮਾਂ ਨਹੀਂ ਲਗਾਇਆ। ਉਹਨਾਂ ਨੇ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬੁਰਾਈ ਜਿੱਤ ਰਹੀ ਹੈ, ਅੱਛਾਈ ਹਾਰ ਰਹੀ ਹੈ, ਤਾਂ ਉਹਨਾਂ ਨੇ ਬੁਰਾਈ ਨੂੰ ਹਰਾਉਣ ਦੇ ਲਈ ਆਪਣੀ ਜ਼ਿੰਦਗੀ ਨੂੰ ਬਲੀਦਾਨ ਕਰਨ ਦੇ ਵਿੱਚ ਬਿਲਕੁਲ ਵੀ ਸਮਾਂ ਨਹੀਂ ਲਗਾਇਆ। ਅਤੇ ਉਹ ਬਹੁਤ ਖੁਸ਼ ਹੋਏ ਕਿ ਮੇਰੀਆਂ ਹੱਡੀਆਂ ਜਿਹੜੀਆਂ ਨੇ
ਉਹਨਾਂ ਦੇ ਨਾਲ ਇੱਕ ਐਸਾ ਇਨਵਿੰਸੀਬਲ ਵੈਪਨ ਦਾ ਮਤਲਬ ਹੈ ਜਿਹਨੂੰ ਅਮੋਘ ਸ਼ਸਤਰ ਬੋਲਦੇ ਨੇ। ਅਮੋਘ ਸ਼ਸਤਰ ਦਾ ਮਤਲਬ ਹੈ ਜਿਹੜਾ ਕਿ ਕਿਸੇ ਨੂੰ ਵੀ ਹਰਾ ਸਕਦਾ ਹੈ, ਜਿਹੜਾ ਕਿਸੇ ਤੋਂ ਹਾਰ ਨਹੀਂ ਸਕਦਾ। ਇਹੋ ਜਿਹਾ ਇੱਕ ਵੈਪਨ, ਇੱਕ ਹਥਿਆਰ ਉਹਦੇ ਨਾਲ ਬਣਾਇਆ ਜਾਣਾ ਸੀ। ਉੱਪਰ ਆਪਾਂ ਨੇ ਦੱਸਿਆ ਕੀ ਬਣਾਇਆ ਜਾਣਾ ਸੀ, ਵਜ੍ਰਪਤ, ਹੈ ਨਾ। This victory of the good over evil is the rarest of the rare example of great renunciation and sacrifice that this culture teaches। ਤਾਂ ਆਪਾਂ ਇਸ ਦੇ ਨਾਲ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਜਿਹੜੀ ਬੈਕਬੋਨ ਹੁੰਦੀ ਹੈ, ਜਿਹੜੀ ਆਪਣੀ ਰੀੜ੍ਹ ਦੀ ਹੱਡੀ ਹੁੰਦੀ ਹੈ, ਉਸ ਰੀੜ੍ਹ ਦੀ ਹੱਡੀ ਦੇ ਨਾਲ ਉਹਨਾਂ ਨੇ ਇੱਕ ਅਮੋਘ ਸ਼ਸਤਰ ਬਣਾਇਆ, ਜਿਸ ਦੇ ਨਾਲ ਫਿਰ ਲੋਰਡ ਵਿਸ਼ਨੂੰ ਨੇ ਉਸ ਨੂੰ ਬਲੈਸ ਕੀਤਾ ਅਤੇ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਰਾਕਸ਼ਸ ਸੀਗੇ ਉਹ ਸਾਰੇ ਉਸ ਦੇ ਨਾਲ ਉਹਨੂੰ ਹਰਾਇਆ ਗਿਆ। ਤਾਂ ਇਸ ਤਰ੍ਹਾਂ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਹੋਈ। ਤਾਂ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਦੇ ਲਈ ਇਹ ਇੱਕ ਬਹੁਤ ਬੜਾ ਉਹਨਾਂ ਨੇ ਰਿਸ਼ੀ ਦਧੀਚੀ ਨੇ ਬਲੀਦਾਨ ਦਿੱਤਾ ਸੀ। ਇਹ ਰੇਅਰੈਸਟ ਟੂ ਰੇਅਰੈਸਟ ਸੀਗਾ ਕਿ ਕੋਈ ਵੀ ਆਪਣੀਆਂ ਹੱਡੀਆਂ ਕਿਵੇਂ ਦਾਨ ਕਰ ਸਕਦਾ ਹੈ। ਜੀਂਦੇ ਜੀ ਹੱਡੀਆਂ ਦਾਨ ਕਰਨਾ ਬਹੁਤ ਮੁਸ਼ਕਿਲ ਹੈ। ਤਾਂ ਇਹ ਬਹੁਤ ਬੜੀ ਉਹਨਾਂ ਦੀ ਸੈਕਰੀਫਾਈਸ ਰਿਹਾ। ਇਹੋ ਜਿਹਾ ਕਲਚਰ ਹੈ ਸਾਡਾ। ਹੂ ਕੈਨ ਫੋਰਗੇਟ ਦ ਸੁਪਰੀਮ ਸੈਕਰੀਫਾਈਸ ਆਫ ਦ ਯੰਗ ਸਨ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ। ਅਤੇ ਆਪਾਂ ਕਿਵੇਂ ਭੁੱਲ ਸਕਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਉਹਨਾਂ ਨੇ ਆਪਣੇ ਬੱਚਿਆਂ ਦਾ ਬਲੀਦਾਨ ਦਿੱਤਾ। ਉਹ ਕਿਉਂ ਦਿੱਤਾ ਸੀ? ਉਹੀ ਬੁਰਾਈ ਦੇ ਉੱਪਰ ਅੱਛਾਈ ਦੀ ਜਿੱਤ ਦੇ ਲਈ। ਉਹਨਾਂ ਨੇ ਆਪਣਾ ਧਰਮ ਨਹੀਂ ਹਾਰਿਆ ਸੀ, ਇਸ ਲਈ ਉਹਨਾਂ ਨੇ ਧਰਮ ਨਾ ਹਾਰਿਆ, ਪਰ ਜਿਹੜੇ ਬੁਰੇ ਲੋਕ ਸੀ ਉਸ ਸਮੇਂ ਜੋ ਉਹਨਾਂ ਨੂੰ ਮਾਰਨ ਤੱਕ ਤਿਆਰ ਹੋ ਗਏ, ਤਾਂ ਉਹਨਾਂ ਦੇ ਅੱਗੇ ਵੀ ਉਹ ਝੁਕੇ ਨਹੀਂ। ਠੀਕ ਹੈ, ਤਾਂ ਇੱਥੇ ਬੁਰਾਈ ਅੱਛਾਈ ਜੋ ਹੈ ਬੁਰਾਈ ਦੇ ਅੱਗੇ ਝੁਕੀ ਨਹੀਂ ਸੀ। ਤਾਂ ਇਹ ਵੀ ਆਪਣਾ ਕਲਚਰ ਜੋ ਹੈ ਇਹ ਸ਼ੋਅ ਕਰਦਾ ਕਿ ਅਸੀਂ ਕਿਸ ਤਰ੍ਹਾਂ ਦੇ ਕਲਚਰ ਦੇ ਵਿੱਚ ਪੈਦਾ ਹੋਏ ਹਾਂ, ਕਿਸ ਤਰ੍ਹਾਂ ਦੇ ਕਲਚਰ ਦੇ ਵਿੱਚ ਜੀ ਰਹੇ ਹਾਂ। ਦੇ ਚੋਜ਼ ਟੂ ਬੀ ਬ੍ਰਿਕਡ ਅਲਾਈਵ ਫॉर द ਸੇਕ ਆਫ देयर ਫੇਥ ਐਂਡ ਦ ਕੈਨਨਸ ਆਫ ਜਸਟਿਸ ਐਂਡ ਟਰੂ ਲਿਬਰਟੀ। ਤਾਂ ਉਹਨਾਂ ਨੇ ਜੋ ਸਾਹਿਬਜ਼ਾਦੇ ਸੀ ਉਹਨਾਂ ਨੂੰ ਜੀਂਦਾ ਇੱਟਾਂ ਦੇ ਵਿੱਚ ਚਿਣਵਾ ਦਿੱਤਾ ਗਿਆ, ਅਤੇ ਉਹ ਵੀ ਇਸ ਗੱਲ ਦੇ ਲਈ ਤਿਆਰ ਹੋ ਗਏ ਜੀਂਦੇ ਜੀ ਇੱਟਾਂ ਦੇ ਵਿੱਚ ਚਿਣੇ ਜਾਣ ਦੇ ਲਈ, ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਜਿਹੜਾ ਧਰਮ ਦੇ ਪ੍ਰਤੀ ਸਾਡਾ ਵਿਸ਼ਵਾਸ ਹੈ ਉਸ ਨੂੰ ਨਹੀਂ ਛੱਡਣਾ, ਅਤੇ ਸੱਚਾਈ ਅੱਛਾਈ ਦੀ ਜਿੱਤ ਦੇ ਲਈ ਉਹਨਾਂ ਨੇ ਆਪਣੀਆਂ ਜਾਨਾਂ ਵਾਰਤੀਆਂ। ਆਰ ਫਿਲਾਸਫੀ ਐਂਡ ਥਾਟ ਟੀਚ ਅਸ ਟੂ ਰਿਨਾਊਂਸ। ਤਾਂ ਸਾਡੀ ਜਿਹੜੀ ਫਿਲਾਸਫੀ ਹੈ, ਸਾਡੀਆਂ ਜਿਹੜੇ ਥਾਟ ਹੈ, ਉਹ ਸਾਨੂੰ ਕੀ ਸਿਖਾਉਂਦੀ ਹੈ? ਟੂ ਰਿਨਾਊਂਸ। ਰਿਨਾਊਂਸ ਮਤਲਬ ਤਿਆਗ। ਟੂ ਸੈਕਰੀਫਾਈਸ ਬਲੀਦਾਨ। ਟੂ ਗਿਵ ਅਵੇ ਇਨ ਚੈਰਿਟੀ ਇਨ ਦ ਰੀਅਲ ਸਪਿਰਿਟ ਆਫ ਡਿਟੈਚਮੈਂਟ। ਕਿ ਅਸੀਂ ਦਾਨ ਕਰ ਸਕੀਏ। ਕਿਸ ਤਰ੍ਹਾਂ ਦਾਨ ਕਰਨਾ ਹੈ? ਰੀਅਲ ਸਪਿਰਿਟ ਆਫ ਡਿਟੈਚਮੈਂਟ, ਕਿ ਇਹ ਸੋਚ ਕੇ ਕਿ ਇਹ ਤਾਂ ਮੇਰਾ ਹੈ ਹੀ ਨਹੀਂ। ਇਦਮ ਨਾ ਮਮ। ਇਦਮ ਨਾ ਮਮ, ਦਿਸ ਡਜ਼ ਨਾਟ ਬਿਲੋਂਗ ਟੂ ਮੀ, ਕਿ ਜਿਹੜਾ ਇਹ ਸਰੀਰ ਹੈ ਮੇਰਾ ਹੈ ਹੀ ਨਹੀਂ, ਤਾਂ ਪਰਮਾਤਮਾ ਨੇ ਦਿੱਤਾ ਹੋਇਆ। ਤਾਂ ਪਰਮਾਤਮਾ ਦੇ ਕੰਮ ਲਈ ਜੇ ਆਪਾਂ ਇਹ ਸਰੀਰ ਨੂੰ ਵਾਰ ਵੀ ਦਿੰਦੇ ਹਾਂ, ਸੈਕਰੀਫਾਈਸ ਵੀ ਕਰ ਦਿੰਦੇ ਹਾਂ, ਤਾਂ ਕੋਈ ਅਸੀਂ ਕਿਸੇ 'ਤੇ ਅਹਿਸਾਨ ਨਹੀਂ ਕਰ ਰਹੇ। ਠੀਕ ਹੈ, ਤਾਂ ਇਹ ਸਪਿਰਿਟ ਹੋਣੀ ਚਾਹੀਦੀ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਸੈਕਰੀਫਾਈਸ ਕਰੀਏ। ਦਿਸ ਡਜ਼ ਨਾਟ ਬਿਲੋਂਗ ਟੂ ਮੀ is the real spirit behind the yajnas we are called upon to perform frequently in our homes। ਆਪਾਂ ਘਰਾਂ ਦੇ ਵਿੱਚ ਯਜਨਾਸ ਕਰਦੇ ਹਾਂ, ਯੱਗ ਕਰਦੇ ਹਾਂ, ਉਹਨਾਂ ਦੇ ਪਿੱਛੇ ਵੀ ਇਹੀ ਸਪਿਰਿਟ ਹੁੰਦੀ ਹੈ ਕਿ ਜੋ ਵੀ ਆਪਾਂ ਆਹੂਤੀਆਂ ਦਿੰਦੇ ਹਾਂ ਯਜਨਾਸ ਦੇ ਵਿੱਚ, ਉਹਦੇ ਵਿੱਚ ਵੀ ਇਹੀ ਹੁੰਦਾ ਕਿ ਜੋ ਵੀ ਸਾਡੇ ਕੋਲ ਹੈ, ਚਾਹੇ ਉਹ ਫੁੱਲ ਹੈ, ਪ੍ਰਸ਼ਾਦ ਹੈ, ਕੁਛ ਵੀ ਹੈ, ਉਹ ਸਾਰਾ ਕੁਛ ਅਸੀਂ ਤੁਹਾਨੂੰ ਹੀ ਅਰਪਿਤ ਕਰਦੇ ਹਾਂ, ਹੈ ਨਾ। ਤਾਂ ਕਿਉਂਕਿ ਤੁਹਾਡਾ ਹੀ ਹੈ, ਤੁਹਾਨੂੰ ਹੀ ਅਰਪਿਤ ਕਰ ਰਹੇ ਹਾਂ। ਸ਼ੁੱਡ ਕਰਪਸ਼ਨ, greed and lust for easy money have any place in a country rich with some such noble and lofty traditions? ਕਿ ਸਾਡਾ ਦੇਸ਼ ਜਿੰਨਾ ਮਹਾਨ ਹੈ, ਇਹੋ ਜਿਹੇ ਦੇਸ਼ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਕਰਪਸ਼ਨ ਹੈ, ਲੋਕ ਲਾਲਚੀ ਨੇ, ਲੋਕ ਲਸਟੀ ਨੇ, ਤਾਂ ਕੀ ਇਹੋ ਜਿਹਾ ਹੋਣਾ ਚਾਹੀਦਾ? ਇਹੋ ਜਿਹੇ ਦੇਸ਼ ਦੇ ਵਿੱਚ ਜਿੱਥੋਂ ਦੀਆਂ ਫਿਲਾਸਫੀ ਇੰਨੀ ਜ਼ਿਆਦਾ ਰਿਚ ਹੈ, ਇੰਨਾ ਮਹਾਨ ਸਾਡਾ ਵਿਰਾਸਤ ਹੈਗੀ ਹੈ, ਤਾਂ ਉਸ ਦੇ ਵਿੱਚ ਇਹੋ ਜਿਹੀਆਂ ਛੋਟੀਆਂ ਗੱਲਾਂ ਪੈਸੇ ਦੇ ਲਈ ਲੋਕ ਲਾਲਚ ਕਰਦੇ ਨੇ, ਕਰਪਸ਼ਨ ਕਰਦੇ ਨੇ, ਤਾਂ ਉਹ ਮਤਲਬ ਅੱਛਾ ਨਹੀਂ ਹੈ, ਕਹਿਣ ਦਾ ਮਤਲਬ ਹੈ। ਨੈਕਸਟ, ਦ ਐਲਡਰ ਵਨਸ of this country as per tradition coming down from thousands of years to this day consider it a divine and blessed duty to feed the birds flying in the sky, the animals moving about on this earth, and the insects living in small holes inside the earth।
The elder ones of this country, as per tradition coming down from thousands of years to this day। ਤਾਂ ਆਪਣੇ ਜਿਹੜੇ ਐਲਡਰ ਵਨਸ ਨੇ, ਜਿਹੜੇ ਆਪਣੇ ਪੂਰਵਜ ਰਹੇ ਨੇ, ਆਪਾਂ ਦੇਖਦੇ ਹਾਂ ਹਜ਼ਾਰਾਂ ਸਾਲਾਂ ਤੋਂ ਹੀ ਉਹ ਕੀ ਕਰਦੇ ਆ ਰਹੇ ਨੇ, ਕੰਸੀਡਰਿੰਗ ਇਟ ਅ ਡਿਵਾਈਨ ਐਂਡ ਬਲੈਸਡ ਡਿਊਟੀ। ਉਹ ਮੰਨਦੇ ਸੀ ਕਿ ਇਹ ਸਾਡੀ ਡਿਊਟੀ ਹੈ, ਇਹ ਸਾਡਾ ਕਰਤੱਵ ਹੈ। ਕੀ ਕਰਤੱਵ ਹੈ? ਟੂ ਫੀਡ ਦ ਬਰਡਸ। yes the animals, feed the birds flying in the sky, the animals moving about on this earth, and the insects living in small holes inside the earth। ਤਾਂ ਆਪਣੇ ਪੂਰਵਜ ਨੇ ਜਿਹੜੇ ਉਹ ਪੰਛੀਆਂ ਨੂੰ ਚੋਗਾ ਪਾਉਂਦੇ ਸੀ, है ना। एनिमल्स मूविंग अबाउट ऑन दिस अर्थ, गां नूं रोटी पाना, पहली रोटी गां दी, आखिरी रोटी कुत्ते दी, ये अपना कल्चर सीगा पहला तो ही। एंड द इंसैक्ट्स लिविंग इन द स्मॉल होल्स, अगे तुसीं देखिया होगा कीड़ियां नूं किनकी पांदे सी, है ना। हर छोटे बड़े जानवर दी, हर हवा ਚ उड़न वाले पंछी दी, हरेक दा ध्यान रखिया जांदा सी जो धरती ते रह रहा है। This noble tradition is an ocular proof of the fact that the people of this country believe in the unity of life। ਤਾਂ ਇਹ ਜਿਹੜੇ ਛੋਟੇ ਛੋਟੇ ਸਾਡੇ ਰੀਤੀ ਰਿਵਾਜ ਨੇ, ਇਹਨਾਂ ਤੋਂ ਇਹ ਪਤਾ ਲੱਗਦਾ ਕਿ ਅਸੀਂ ਪਰਮਾਤਮਾ ਨੂੰ ਇੱਕ ਕਰਕੇ ਜਾਣਦੇ ਹਾਂ ਕਿ ਜਿਹੜੀ ਜ਼ਿੰਦਗੀ ਹੈ ਉਹ ਆਤਮਾ ਹੈ, ਉਹ ਸਭ ਦੇ ਅੰਦਰ ਹੈ, ਪਰਮਾਤਮਾ ਦੀ ਦਿੱਤੀ ਹੋਈ ਹੈ ਜ਼ਿੰਦਗੀ ਸਾਰੀ। ਤਾਂ ਐਨੀਵੇਅਰ ਐਂਡ ਐਵਰੀਵੇਅਰ, ਚਾਹੇ ਉਹ ਜੀਵ ਹੈ ਜਿਹੜਾ ਉਹ ਕਿਤੇ ਵੀ ਰਹਿ ਰਿਹਾ, ਚਾਹੇ ਉਹ ਪਾਣੀ ਦੇ ਅੰਦਰ ਰਹਿ ਰਿਹਾ ਹੈ, ਚਾਹੇ ਉਹ ਹਵਾ 'ਚ ਉੱਡ ਰਿਹਾ ਹੈ, ਚਾਹੇ ਉਹ ਧਰਤੀ ਦੇ ਉੱਪਰ ਰੇਂਗਣ ਵਾਲਾ ਕੋਈ ਜੀਵ ਹੈ, ਹਰੇਕ ਨੂੰ ਆਪਾਂ ਇੱਕ ਕਰਕੇ ਜਾਣਦੇ ਹਾਂ। ਇਸੇ ਨੂੰ ਹੀ ਕਹਿੰਦੇ ਸੀ ਵਾਸੁਦੇਵ ਕੁਟੁੰਬਕਮ, ਕਿ ਇਹ ਪਰਮਾਤਮਾ ਦਾ ਹੀ ਘਰ ਹੈ ਸਾਰਾ, ਉਹਦੇ ਹੀ ਸਾਰੇ ਜੀਵ ਬਣਾਏ ਹੋਏ ਨੇ, ਉਸ ਨੂੰ ਆਪਾਂ ਕਹਿੰਦੇ ਹਾਂ ਵਾਸੁਦੇਵ। ਵਾਸੁਦੇਵ ਮਤਲਬ ਕ੍ਰਿਸ਼ਨਾ, ਅਤੇ ਕੁਟੁੰਬਕਮ ਮਤਲਬ ਉਹਨਾਂ ਦਾ ਹੀ ਇਹ ਕੁਟੁੰਬ ਹੈ। ਕੁਟੁੰਬ ਕਿਹਨੂੰ ਕਹਿੰਦੇ? ਜਿਹਨੂੰ ਆਪਾਂ ਆਪਣਾ ਕਹਿੰਦੇ ਹਾਂ ਫੈਮਿਲੀ, ਫੈਮਿਲੀ ਨੂੰ ਕੁਟੁੰਬ ਬੋਲਿਆ ਜਾਂਦਾ। ਤਾਂ ਇੱਥੇ ਕੁਟੁੰਬਕਮ ਦਾ ਮਤਲਬ ਵਾਸੁਦੇਵ ਕੁਟੁੰਬਕਮ ਮਤਲਬ ਸਾਰੀ ਕ੍ਰਿਸ਼ਨਾ ਫੈਮਿਲੀ ਹੈ ਸਾਰੀ। ਆਪਾਂ ਚਾਹੇ ਕੋਈ ਵੀ ਜੀਵ ਜੰਤੂ ਹੈ, ਕਿਸੇ ਵੀ ਜੂਨ 'ਚ ਕੋਈ ਵੀ ਹੋਵੇ, ਉਹ ਸਾਰੇ ਇੱਕ ਹਾਂ। ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਅਤੇ ਉਹਨਾਂ ਨੂੰ ਖਵਾਉਣਾ ਚਾਹੀਦਾ ਆਪਾਂ ਨੂੰ। ਦ ਐਂਟਾਇਰ ਯੂਨੀਵਰਸ ਇਜ਼ ਵਨ ਫੈਮਿਲੀ, ਠੀਕ ਹੈ। ਤਾਂ ਇਹਦਾ ਮਤਲਬ ਹੈ ਵਾਸੁਦੇਵ ਕੁਟੁੰਬਕਮ ਦਾ ਮੀਨਿੰਗ ਦੱਸਿਆ ਇੱਥੇ, ਦ ਐਂਟਾਇਰ ਯੂਨੀਵਰਸ ਇਜ਼ ਵਨ ਫੈਮਿਲੀ ਇਜ਼ ਦ ਬੇਸਿਕ ਥਾਟ ਦੈਟ ਵਰਕਸ ਹੀਅਰ ਐਂਡ ਇਨ ਦ ਵੇਰੀਅਸ such ceremonies like the tradition of langar in the holy temples and gurudwara and the message of the holy gurus contained in the directive। ਤਾਂ ਇੱਥੇ ਆਪਾਂ ਦੇਖਦੇ ਹਾਂ ਕਿ ਹੁਣ ਲੰਗਰ ਪ੍ਰਥਾ ਵੀ ਜਿਹੜੀ ਚੱਲਦੀ ਹੈ, ਠੀਕ ਹੈ। ਮੰਦਰਾਂ ਦੇ ਵਿੱਚ ਭੰਡਾਰਾ ਕਹਿ ਦਿੰਦੇ ਨੇ, ਗੁਰਦੁਆਰਿਆਂ ਦੇ ਵਿੱਚ ਲੰਗਰ ਕਹਿ ਦਿੰਦੇ ਨੇ। ਇਹ ਕਿਉਂ ਚੱਲਦਾ? ਇਹਦੇ ਪਿੱਛੇ ਕੀ, ਇਹਦੀ ਸਪਿਰਿਟ ਕੀ ਹੈ, ਪਿੱਛੇ ਕਾਰਨ ਕੀ ਹੈ, ਗੁਰੂਆਂ ਨੇ ਕਿਉਂ ਸਟਾਰਟ ਕੀਤਾ ਇਹ ਲੰਗਰ ਪ੍ਰਥਾ, ਕਿਉਂ ਸਟਾਰਟ ਕੀਤੀ? ਈਟ ਓਨਲੀ ਆਫਟਰ ਯੂ ਹੈਵ ਸ਼ੇਅਰਡ ਯੂਅਰ ਮੀਲ ਵਿਦ ਅਦਰਸ। ਇੱਥੇ ਲਿਖਿਆ ਹੋਇਆ ਦੇਖੋ, ਈਟ ਓਨਲੀ ਆਫਟਰ ਯੂ ਹੈਵ ਸ਼ੇਅਰਡ ਯੂਅਰ ਮੀਲ ਵਿਦ ਅਦਰਸ, ਕਿ ਜਦੋਂ ਅਸੀਂ ਦੂਜਿਆਂ ਨੂੰ ਪਹਿਲਾਂ ਖਵਾ ਦਈਏ ਉਸ ਤੋਂ ਬਾਅਦ ਹੀ ਆਪ ਖਾਈਏ, ਜਿਹਨੂੰ ਕਹਿੰਦੇ ਆਪਾਂ ਵੰਡ ਛਕੋ। ਦਿਸ ਆਈਡੀਆ ਆਫ ਡਿਸਟਰੀਬਿਊਸ਼ਨ ਅਪਲਾਈਜ਼ ਨੋਟ ਟੂ ਫੂਡ ਓਨਲੀ। ਤਾਂ ਆਪਾਂ ਕਈ ਵਾਰ ਹੁੰਦਾ ਕਿ ਆਪਾਂ ਲੰਗਰ ਦਾ ਮਤਲਬ ਸਮਝ ਲੈਂਦੇ ਹਾਂ, ਬਸ ਰੋਟੀ ਖਵਾ ਦਿਓ ਦੈਟ ਇਜ਼ ਲੰਗਰ। ਨਹੀਂ, ਇੱਥੇ ਕਹਿ ਰਹੇ ਨੇ ਹਰ ਚੀਜ਼ ਦਾ ਲੰਗਰ ਲਗਾਉਣਾ ਚਾਹੀਦਾ ਹੈ। ਡਿਸਟਰੀਬਿਊਸ਼ਨ ਅਪਲਾਈਜ਼ ਨੋਟ ਟੂ ਫੂਡ ਓਨਲੀ, ਇਕੱਲਾ ਖਾਣੇ ਦਾ ਹੀ ਲੰਗਰ ਨਹੀਂ ਹੋਣਾ ਚਾਹੀਦਾ। ਇਟ ਐਕਸਟੈਂਡਸ ਵੈਲ ਅਪ ਟੂ ਦ ਐਂਟਾਇਰ ਰਿਸੋਰਸਿਸ ਐਂਡ ਫੰਡਸ ਦੈਟ ਆਰ ਅਵੇਲੇਬਲ ਟੂ ਮੈਨ। ਜੋ ਵੀ ਇਨਸਾਨ ਕੋਲ ਅਵੇਲੇਬਲ ਹੈ, ਜਿਸ ਨੂੰ ਉਹ ਵੰਡ ਸਕਦਾ, ਚਾਹੇ ਉਹ ਕੱਪੜਾ ਹੋ ਸਕਦਾ ਹੈ, ਚਾਹੇ ਉਹ ਪੈਸਾ ਹੋ ਸਕਦਾ ਹੈ, ਚਾਹੇ ਉਹ ਕੋਈ ਵੀ ਚੀਜ਼ ਹੋ ਸਕਦੀ ਹੈ, ਹਰ ਚੀਜ਼ ਦਾ ਆਪਾਂ ਲੰਗਰ ਲਗਾ ਸਕਦੇ ਹਾਂ ਜੋ ਇਨਸਾਨ ਦੀ ਜ਼ਰੂਰਤ ਹੈ ਉਸ ਦਾ। Do we still need to be taught to love the entire mankind as our kith and kin and respect the sanctity of life through total non-violence? ਕਿ ਅੱਜ ਵੀ ਸਾਨੂੰ ਇਨਸਾਨ ਨੂੰ ਪਿਆਰ ਸਿਖਾਉਣ ਦੀ ਜ਼ਰੂਰਤ ਹੈ, ਕਿ ਸਾਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਨਾ ਹੈ, ਜਦੋਂ ਕਿ ਸਾਡੇ ਜਿਹੜੇ ਪੂਰਵਜ ਨੇ ਉਹ ਸਾਨੂੰ ਇਹ ਸਿਖਾ ਕੇ ਗਏ ਨੇ ਕਿ ਸਾਰੀ ਫੈਮਿਲੀ ਇੱਕ ਹੈ ਅਤੇ ਅਸੀਂ ਸਾਰਿਆਂ ਨੂੰ ਇੱਕ ਦੂਜੇ ਨੇ ਮਦਦ ਕਰਨੀ ਹੈ। ਨੈਕਸਟ, once the story goes, King Janak of Maithil, present Bihar, called a meeting of the scholars to discuss some ticklish issue based on high philosophic thought। ਤਾਂ ਇੱਕ ਵਾਰ ਦੀ ਇਹ ਦੱਸਿਆ ਗਿਆ ਹੈ, ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਕਿ ਇੱਕ ਵਾਰ ਕਿੰਗ ਜਨਕ ਜੋ ਕਿ ਮੈਥਿਲ ਦੇ ਰਾਜਾ ਸੀ, ਜਿਹੜਾ ਅੱਜ ਬਿਹਾਰ ਜਿਹਨੂੰ ਬੋਲਿਆ ਜਾਂਦਾ ਹੈ, ਬਿਹਾਰ ਦਾ
ਜਿਹਨੂੰ ਉਸ ਸਮੇਂ ਮੈਥਿਲ ਬੋਲਿਆ ਜਾਂਦਾ ਸੀ, ਉੱਥੋਂ ਦੇ ਇੱਕ ਰਾਜਾ ਸੀਗੇ ਜਿਨ੍ਹਾਂ ਦਾ ਨਾਮ ਜਨਕ ਸੀ, ਕਿੰਗ ਜਨਕ ਸੀ। ਤਾਂ ਉਹਨਾਂ ਨੇ ਇੱਕ ਵਿਦਵਾਨਾਂ ਦੀ, ਸਕੋਲਰਸ ਵਰਡ ਆਇਆ, ਸਕੋਲਰਸ ਦਾ ਮਤਲਬ ਹੈ ਵਿਦਵਾਨ, ਬਹੁਤ ਪੜ੍ਹੇ ਲਿਖੇ, ਇੰਟੈਲੀਜੈਂਟ। ਤਾਂ ਉਹਨਾਂ ਦੀ ਇੱਕ ਮੀਟਿੰਗ ਬੁਲਾਈ। ਕਿ ਮੀਟਿੰਗ ਕਿਉਂ ਬੁਲਾਈ? ਕੋਈ ਖਾਸ ਚੀਜ਼ ਉਹਨਾਂ ਨੇ ਡਿਸਕਸ ਕਰਨੀ ਸੀ, ਇਸ਼ੂ ਡਿਸਕਸ ਕਰਨਾ ਸੀ, ਤਾਂ ਉਹਨਾਂ ਨੇ ਵਿਦਵਾਨਾਂ ਦੀ ਇੱਕ ਮੀਟਿੰਗ ਬੁਲਾਈ। ਅ ਵੈਲ ਨੋਨ ਸੇਜ ਨੇਮਡ ਅਸ਼ਟਵਕਰ, ਸੋ ਕਾਲਡ ਬਿਕਾਜ਼ ਆਫ ਹਿਸ ਡਿਫਾਰਮਡ ਬੋਡੀ, ਵਾਜ਼ ਆਲਸੋ ਇਨਵਾਈਟਡ ਟੂ ਦਿਸ ਮੀਟਿੰਗ। ਤਾਂ ਅਸ਼ਟਵਕਰ ਜੋ ਕਿ ਬਹੁਤ ਹੀ ਮਹਾਨ, ਜਿਹੜੇ ਕਿ ਆਸ-ਪਾਸ ਜਿਨ੍ਹਾਂ ਦੀ ਪ੍ਰਸਿੱਧੀ ਬਹੁਤ ਸੀਗੀ, ਇਹੋ ਜਿਹੇ ਇੱਕ ਰਿਸ਼ੀ ਸੀਗੇ ਅਸ਼ਟਵਕਰ, ਤਾਂ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ। ਉਹਨਾਂ ਨੂੰ ਅਸ਼ਟਵਕਰ ਕਿਉਂ ਕਹਿੰਦੇ ਨੇ? ਅਸ਼ਟ ਸੰਸਕ੍ਰਿਤ ਦਾ ਵਰਡ ਹੈ ਅਸ਼ਟ, ਜਿਹਦਾ ਮਤਲਬ ਹੈ 8, ਵਕਰ ਦਾ ਮਤਲਬ ਹੈ ਡਿਫੋਰਮਿਟੀਜ਼। ਤਾਂ ਜਿਨ੍ਹਾਂ ਦੀਆਂ 8 ਥਾਂ ਤੋਂ ਉਹਨਾਂ ਦੇ ਅੰਗ ਮੁੜੇ ਹੋਏ ਸੀ, ਬਾਹਾਂ, ਲੱਤਾਂ, ਕਮਰ, ਇਸ ਤਰ੍ਹਾਂ ਉਹਨਾਂ ਦੇ ਅੰਗ 8 ਥਾਂ ਤੋਂ ਮੁੜੇ ਹੋਏ ਸੀ, ਜਿਸ ਕਰਕੇ ਉਹਨਾਂ ਨੂੰ ਅਸ਼ਟਵਕਰ ਨਾਮ ਪਿਆ ਉਹਨਾਂ ਦਾ। ਤਾਂ ਉਹਨਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ। ਐਂਡ ਅਸ਼ਟਵਕਰ ਐਂਟਰਡ ਦਾ ਪੋਰਟਲਸ of the palace hall and walked up the passage। ਤਾਂ ਅਸ਼ਟਵਕਰ ਜਦੋਂ ਹੀ ਉਸ ਹਾਲ ਦੇ ਵਿੱਚ ਐਂਟਰ ਹੋਏ, ਜਿੱਥੇ ਮੀਟਿੰਗ ਸੀਗੀ, ਜਿੱਥੇ ਹੋਰ ਵਿਦਵਾਨ ਵੀ ਬੈਠੇ ਸੀ, ਤੇ ਜਦੋਂ ਉਹ ਉੱਥੇ ਐਂਟਰ ਹੋਏ ਤੇ ਤੁਰਨ ਲੱਗੇ, ਕਿਉਂਕਿ ਤੁਹਾਨੂੰ ਦੱਸਿਆ ਜਿਵੇਂ ਕਿ ਲੱਤਾਂ ਮੁੜੀਆਂ ਹੋਈਆਂ ਸੀ, ਬਾਹਾਂ ਮੁੜੀਆਂ ਹੋਈਆਂ ਸੀ, ਪੂਰੀ ਬਾਡੀ ਦੇ ਵਿੱਚ 8 ਥਾਂ ਤੇ ਵੱਲ ਪੈਂਦੇ ਸੀ ਉਹਨਾਂ ਦੇ। some scholars already present there burst into a derisive laughter। ਤਾਂ ਜਿਹੜੇ ਉੱਥੇ ਪਹਿਲਾਂ ਹੀ ਵਿਦਵਾਨ ਬੈਠੇ ਸੀ, ਉਹ ਠਹਾਕਾ ਮਾਰ ਮਾਰ ਕੇ, ਮਤਲਬ ਬਹੁਤ ਉੱਚੀ ਉੱਚੀ ਹੱਸਣ ਲੱਗ ਗਏ ਉਹਨਾਂ ਨੂੰ ਦੇਖ ਕੇ, ਕਿ ਆ ਕਿਵੇਂ ਦਾ ਬੰਦਾ ਇਹ ਆ ਗਿਆ ਸਭਾ ਦੇ ਵਿੱਚ। ਹਾਊ ਕੁਡ ਸਚ ਅ ਡਿਫਾਰਮਡ ਐਂਡ ਮਿਸਸ਼ੇਪਨ ਪਰਸਨ ਡਿਸਕਸ ਹਾਈ ਫਿਲਾਸਫੀ ਦੇ ਫੈਲਟ। ਉਹ ਕਿਉਂ ਹੱਸੇ? ਉਹਨਾਂ ਨੂੰ ਲੱਗਿਆ ਕਿ ਲੈ, ਜਿਹਦਾ ਸਰੀਰ ਹੀ ਇਹੋ ਜਿਹਾ ਹੈਗਾ ਦੇਖਣ ਦੇ ਵਿੱਚ, ਉਹ ਕੀ ਚੱਜ ਦੀ ਗੱਲ ਕਰੂਗਾ, ਇਹਨੂੰ ਕਿੱਥੇ ਨੌਲੇਜ ਹੋਣੀ ਹੈ, ਉਹ ਇਹ ਸੋਚ ਕੇ ਉਹ ਹੱਸਣ ਲੱਗੇ। ਅਸ਼ਟਵਕਰ ਥੰਡਰਡ ਬੈਕ ਟੂ ਦਾ ਕਿੰਗ। ਤਾਂ ਅਸ਼ਟਵਕਰ ਨੂੰ ਬੜਾ ਬੁਰਾ ਲੱਗਿਆ, ਤਾਂ ਉਹ ਬੜੇ ਗੁੱਸੇ ਦੇ ਨਾਲ ਰਾਜਾ ਕੋਲ ਗਏ ਤੇ ਰਾਜਾ ਨੂੰ ਕਿਹਾ, ਓ ਕਿੰਗ, ਆਈ ਫੀਲਡ ਅਸ਼ੇਮਡ ਆਫ ਬੀਇੰਗ ਇਨਵਾਈਟਡ ਟੂ ਦਿਸ ਅਸੈਂਬਲੀ ਆਫ ਸਕਿਨਰਸ। ਤਾਂ ਉਹਨਾਂ ਨੇ ਕਿਹਾ, ਹੇ ਰਾਜਾ, ਮੈਨੂੰ ਬੜੀ ਸ਼ਰਮ ਆ ਰਹੀ ਹੈ ਕਿ ਮੈਨੂੰ ਤੂੰ ਇਹੋ ਜਿਹੀ ਸਭਾ ਦੇ ਵਿੱਚ ਬੁਲਾਇਆ ਜਿੱਥੇ ਕਿ ਚਰਮਕਰ ਬੈਠੇ ਨੇ। ਸਕਿਨਰਸ ਦਾ ਮਤਲਬ ਇੱਥੇ ਕੀ ਹੈ? ਚਰਮਕਰ। ਅ ਪਰਸਨ ਹੂ ਡੀਲਸ ਇਨ ਐਨੀਮਲ ਸਕਿਨ। ਚਰਮਕਰ ਕਿਹਨੂੰ ਕਹਿੰਦੇ ਆਪਾਂ? ਜੋ ਇਨਸਾਨ ਐਨੀਮਲ ਦੀ ਸਕਿਨ, ਮਤਲਬ ਚਮੜੇ ਨੂੰ ਡੀਲ ਕਰਦਾ ਹੈ, ਉਸਨੂੰ ਚਰਮਕਰ ਬੋਲਦੇ ਨੇ। ਜਿਵੇਂ ਆਪਾਂ ਇੱਕ ਮੱਝ ਖਰੀਦਣੀ ਹੋਵੇ, ਮੰਨ ਲਓ, ਤਾਂ ਆਪਾਂ ਕੀ ਦੇਖਾਂਗੇ ਕਿ ਮੱਝ ਕਿੰਨਾ ਦੁੱਧ ਦਿੰਦੀ ਹੈ, ਕੀ ਖਾਂਦੀ ਹੈ, ਆਪਾਂ ਇਹ ਚੀਜ਼ਾਂ ਦੇਖਾਂਗੇ। ਲੇਕਿਨ ਜਿਹੜਾ ਇੱਕ ਚਮੜੇ ਦਾ ਵਪਾਰੀ ਹੋਊਗਾ, ਉਹ ਕੀ ਦੇਖੂਗਾ ਕਿ ਇੱਕ ਮੱਝ ਦੀ ਸਕਿਨ ਕਿਹੋ ਜਿਹੀ ਹੈ, ਕਿ ਉਹ ਸ਼ਾਈਨ ਕਰਦੀ ਹੈ ਸਕਿਨ, ਜਾਂ ਉਹ ਕਿਤੇ ਸ਼ਾਈਨ ਨਾ ਕਰਦੀ ਹੋਵੇ, ਜਾਂ ਉਹਦੀ ਸਕਿਨ ਦੇ ਵਿੱਚ ਕਿਤੇ ਧੱਬੇ ਹੋਣ, ਉਹ ਇਹ ਚੀਜ਼ਾਂ ਦੇਖੂਗਾ। ਜਦ ਕਿ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੀ ਸਕਿਨ ਸ਼ਾਈਨ ਕਰਦੀ ਹੈ ਨਹੀਂ ਕਰਦੀ, ਆਪਾਂ ਤਾਂ ਉਹਦੇ ਦੁੱਧ ਤੋਂ, ਦੁੱਧ ਦੀ ਕੁਆਲਿਟੀ ਤੋਂ, ਉਹਦੇ ਖਾਣ ਪੀਣ ਤੋਂ ਮਤਲਬ ਹੋਊਗਾ। ਤਾਂ ਇਸ ਤਰ੍ਹਾਂ ਜਿਵੇਂ ਕਿ ਅਸ਼ਟਵਕਰ ਐਂਟਰ ਹੋਏ, ਤਾਂ ਉਹਨਾਂ ਨੇ ਵਿਦਵਾਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਅੱਛਾ, ਇਹ ਬੰਦਾ ਆਇਆ ਤਾਂ ਇਹਨੂੰ ਪਤਾ ਨਹੀਂ ਕਿੰਨੀ ਕੁ ਨੌਲੇਜ ਹੋਊਗੀ ਜਿਹੜਾ ਬੁਲਾਇਆ ਗਿਆ। ਬਟ ਉਹਨਾਂ ਨੇ ਕੀ ਦੇਖਿਆ? ਉਹਦੀ ਬਾਡੀ ਦੇਖੀ ਕਿ ਅੱਛਾ, ਲੈ ਇਹਨੂੰ ਕੀ ਆਉਂਦਾ ਹੋਊਗਾ, ਇਹ ਤਾਂ ਬਾਡੀ ਇਹੋ ਜਿਹੀ ਹੈ। It is only a skinner who measures intelligence or status of a person from his skin or physical looks or the color and the shape of his skin or body। ਤਾਂ ਕੀ ਕਹਿੰਦੇ ਨੇ ਇੱਥੇ ਕਿ ਇੱਕ ਸਕਿਨਰ ਹੀ ਹੋ ਸਕਦਾ ਹੈ, ਇੱਕ ਚਰਮਕਰ ਹੀ ਹੋ ਸਕਦਾ ਹੈ, ਜੋ ਕਿ ਕਿਸੇ ਦੀ ਇੰਟੈਲੀਜੈਂਸ ਨੂੰ, ਕਿਸੇ ਪਰਸਨ ਦੇ ਸਟੇਟਸ ਨੂੰ, ਉਸ ਦੀ ਸਕਿਨ, ਉਸ ਦੇ ਫਿਜ਼ੀਕਲ ਲੁੱਕ, ਜਾਂ ਉਸ ਦੇ ਰੰਗ ਤੋਂ, ਜਾਂ ਉਸ ਦੇ ਸਰੀਰ ਦੀ ਸ਼ੇਪ ਤੋਂ ਦੇਖ ਸਕਦਾ ਹੋਵੇ। ਤਾਂ ਇਹ ਇੱਕ ਚਰਮਕਰ ਹੀ ਕਰੂਗਾ। ਦਿਸ ਪੁੱਟ ਦਾ ਐਂਟਾਇਰ ਅਸੈਂਬਲੀ ਟੂ ਸ਼ੇਮ। ਜਦੋਂ ਅਸ਼ਟਵਕਰ ਨੇ ਇਹ ਗੱਲਾਂ ਸਭਾ ਦੇ ਵਿੱਚ ਕਹੀਆਂ ਰਾਜਾ ਜਨਕ ਨੂੰ, ਤਾਂ ਸਾਰੀ ਸਭਾ ਸ਼ਰਮਿੰਦਾ ਹੋਈ। ਐਂਡ brought them to their knees to beg pardon of this great saint। ਤੇ ਸਾਰੇ ਗੋਡਿਆਂ ਭਾਰ ਹੋ ਕੇ ਉਹਨਾਂ ਤੋਂ, ਮਹਾਨ ਸੰਤ ਤੋਂ ਮਾਫੀ ਮੰਗਣ ਲੱਗ ਗਏ। Color of the skin or shape of the body has never been a measure of intelligence or status in this country। ਸਾਡੇ ਦੇਸ਼ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ, ਕਦੇ ਵੀ ਕਿਸੇ ਇਨਸਾਨ ਦਾ ਰੰਗ ਜਾਂ ਕਿਸੇ ਇਨਸਾਨ ਦੀ ਸਰੀਰ ਦੀ ਸ਼ੇਪ, ਉਸਦਾ ਆਕਾਰ, ਕਦੇ ਵੀ ਇਸ ਚੀਜ਼ ਨੂੰ ਮੇਜਰ ਕਰਨ ਦੇ ਲਈ ਕਿ ਅਸੀਂ ਕਿਸੇ ਦੀ ਇੰਟੈਲੀਜੈਂਸ ਉਸਦੇ ਰੰਗ ਜਾਂ ਉਸਦੇ ਸ਼ੇਪ ਤੋਂ, ਸ਼ੇਪ ਆਫ ਦਾ ਬਾਡੀ ਤੋਂ ਅਸੀਂ ਮੇਜਰ ਕਦੇ ਵੀ ਨਾ ਕੀਤੀ ਹੈ, ਤੇ ਉਸਦੀ
ਸਟੇਟਸ ਕੀ ਹੈ ਭਾਰਤ ਦੇ ਵਿੱਚ, ਇਹ ਕਦੇ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਮੇਜਰ ਨਹੀਂ ਕੀਤਾ ਸਾਡੇ ਦੇਸ਼ ਦੇ ਵਿੱਚ। ਲਾਰਡ ਰਾਮਾਸ ਈਟਿੰਗ ਆਫ ਦ ਟੇਸਟਡ ਬੈਰੀਜ਼ from the Bhil woman, a Shudra woman who used to sprinkle water on the earth with the help of a leather bag is a sufficient proof of the fact that there was never any discrimination on the basis of caste, creed or profession of a person in ancient India। ਤਾਂ ਭਗਵਾਨ ਰਾਮ ਨੇ ਜਦੋਂ ਭੀਲ ਵੂਮਨ ਇੱਥੇ ਦੱਸਿਆ ਗਿਆ ਆਪਾਂ ਨੂੰ, ਭੀਲ ਵੂਮਨ ਇੱਕ ਸ਼ੂਦਰ ਔਰਤ ਸੀ ਜੋ ਕਿ ਲੈਦਰ ਬੈਗ ਦੇ ਨਾਲ, ਇੱਥੇ ਸਪੈਸ਼ਲੀ ਮਤਲਬ ਜਿਹੜੇ ਅੱਜ ਤਾਂ ਜੇ ਦੇਖਿਆ ਜਾਵੇ ਜ਼ਿਆਦਾਤਰ ਲੋਕ ਲੈਦਰ ਬੈਗਸ ਯੂਜ਼ ਕਰਦੇ ਨੇ। ਲੈਦਰ ਮਤਲਬ ਚਮੜੇ ਦੇ ਬਣੇ ਹੋਏ ਬੈਗ, ਪਰ ਪੁਰਾਤਨ ਸਮੇਂ ਦੇ ਵਿੱਚ ਚਮੜੇ ਦੀ ਬਣੀ ਹੋਈ ਕੋਈ ਵੀ ਚੀਜ਼ ਯੂਜ਼ ਨਹੀਂ ਕੀਤੀ ਜਾਂਦੀ ਸੀ, ਕਿਉਂਕਿ ਉਸਨੂੰ ਮੰਨਿਆ ਜਾਂਦਾ ਸੀ ਕਿ ਡੈੱਡ ਬੋਡੀ ਤੋਂ ਬਣੀ ਹੋਈ ਹੈ। ਤਾਂ ਉਹ ਜਿਹੜੇ ਲੋਕ ਉਸ ਲੈਦਰ ਨੂੰ ਯੂਜ਼ ਕਰਦੇ ਸੀ ਉਹਨਾਂ ਨੂੰ ਸ਼ੂਦਰਾਜ਼ ਕਿਹਾ ਜਾਂਦਾ ਸੀਗਾ। ਤਾਂ ਇਹ ਭੀਲ ਵੂਮਨ ਸੀ ਜਿਹੜੀ ਇਹ ਲੈਦਰ ਬੈਗ ਦੇ ਵਿੱਚ ਪਾਣੀ ਪਾ ਕੇ ਪੌਦਿਆਂ ਨੂੰ ਦਿੰਦੀ ਸੀਗੀ, ਤਾਂ ਇਸ ਲਈ ਧਰਤੀ 'ਤੇ ਛਿੜਕਦੀ ਸੀ, ਇਸ ਲਈ ਇਹਨੂੰ ਸ਼ੂਦਰ ਮੰਨਿਆ ਜਾਂਦਾ ਸੀਗਾ। ਤਾਂ ਉਸ ਦੇ ਹੱਥੋਂ ਵੀ ਭਗਵਾਨ ਰਾਮ ਨੇ ਉਸ ਦੀਆਂ ਜੂਠੇ ਬੇਰ ਖਾਏ ਸੀਗੇ, ਜਿਸ ਤੋਂ ਕਿ ਪਤਾ ਲੱਗਦਾ ਹੈ ਕਿ ਉਸ ਸਮੇਂ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਕੋਈ ਭੇਦਭਾਵ ਨਹੀਂ ਸੀ ਕਾਸਟ ਨੂੰ ਲੈ ਕੇ, ਕ੍ਰੀਡ ਨੂੰ ਲੈ ਕੇ ਜਾਂ ਕਿਸੇ ਬੰਦੇ ਦੀ ਪ੍ਰੋਫੈਸ਼ਨ ਨੂੰ ਲੈ ਕੇ। ਪੁਰਾਤਨ ਭਾਰਤ ਦੇ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਸੀ, ਪਰ ਅੱਜ ਆਪਾਂ ਦੇਖਦੇ ਹਾਂ ਅੱਜ ਬਹੁਤ ਜ਼ਿਆਦਾ ਭੇਦਭਾਵ ਦੀ ਭਾਵਨਾ ਲੋਕਾਂ ਦੇ ਮਨਾਂ ਦੇ ਵਿੱਚ ਆ ਚੁੱਕੀ ਹੈ, ਜੋ ਕਿ ਪੁਰਾਣੇ ਸਮੇਂ ਦੇ ਵਿੱਚ ਨਹੀਂ ਸੀ। One is here also reminded of what the enlightened say Swami Vivekanand said to the lady in America who laughed at his simple dress। ਤਾਂ ਆਪਾਂ ਇੱਥੇ ਯਾਦ ਕਰ ਸਕਦੇ ਹਾਂ, ਤੁਹਾਨੂੰ ਯਾਦ ਹੋਊਗਾ ਕਿ ਸਵਾਮੀ ਵਿਵੇਕਾਨੰਦ ਇੱਕ ਵਾਰ ਅਮਰੀਕਾ ਗਏ ਸੀਗੇ 1857 ਦੇ ਵਿੱਚ ਆਈ ਥਿੰਕ। ਤਾਂ ਉਦੋਂ ਉਹਨਾਂ ਨੇ ਇੱਕ ਵਾਰ ਜਦੋਂ ਅਮਰੀਕਾ ਗਏ ਤਾਂ ਉੱਥੇ ਇੱਕ ਔਰਤ ਨੇ ਸਵਾਮੀ ਵਿਵੇਕਾਨੰਦ ਕੀ ਪਾ ਕੇ ਗਏ ਸੀਗੇ, ਉੱਪਰੋਂ ਦੀ ਕੁੜਤਾ, ਸਿਰ 'ਤੇ ਪਗੜੀ ਅਤੇ ਨੀਚੇ ਧੋਤੀ, ਇਹ ਉਹਨਾਂ ਦੀ ਡਰੈਸ ਸੀਗੀ। ਤਾਂ ਬਾਹਰ ਉਹਨਾਂ ਦੀ ਇੱਕ ਸਕੋਲਰਸ ਦੀ ਮੀਟਿੰਗ ਸੀ, ਤਾਂ ਉੱਥੇ ਉਹ ਗਏ ਤਾਂ ਉੱਥੇ ਅਮਰੀਕਨ ਇੱਕ ਲੇਡੀ ਨੇ ਕਿਹਾ ਕਿ ਕਿਹੋ ਜਿਹੀ ਤੁਸੀਂ ਡਰੈਸ ਪਾ ਕੇ ਆਏ ਹੋ, ਇੱਥੇ ਤਾਂ ਐਡੇ ਐਡੇ ਵਿਦਵਾਨ ਆਏ ਨੇ ਕੋਟ ਪੈਂਟ ਦੇ ਵਿੱਚ, ਤੁਸੀਂ ਆਹ ਕੀ ਪਾ ਕੇ ਆ ਗਏ। ਤਾਂ ਉਦੋਂ ਸਵਾਮੀ ਵਿਵੇਕਾਨੰਦ ਨੇ ਉਸ ਲੇਡੀ ਨੂੰ ਜਵਾਬ ਦਿੱਤਾ ਸੀਗਾ, ਮੈਡਮ ਇਨ ਯੂਅਰ ਕੰਟਰੀ ਇਟ ਇਜ਼ ਦ ਟੇਲਰ ਹੂ ਮੇਕਸ ਅ ਮੈਨ, ਕਿ ਮੈਡਮ ਤੁਹਾਡੇ ਦੇਸ਼ ਦੇ ਵਿੱਚ ਇੱਕ ਟੇਲਰ ਮਤਲਬ ਦਰਜੀ ਹੀ ਇਨਸਾਨ ਨੂੰ ਬਣਾਉਂਦਾ ਹੈ। In my country, it is the intrinsic worth and the character of a person that make him or her great। ਤਾਂ ਮੈਡਮ ਸਾਡੇ ਦੇਸ਼ ਦੇ ਵਿੱਚ ਐਵੇਂ ਦਾ ਕੁਝ ਨਹੀਂ ਹੈ। ਸਾਡੇ ਦੇਸ਼ ਦੇ ਵਿੱਚ ਬੰਦੇ ਦੀ ਇੰਟ੍ਰਿੰਸਿਕ ਵਰਥ ਮਤਲਬ ਉਹਨੂੰ ਕਿੰਨੀ ਅਕਲ ਹੈ, ਕਿੰਨੀ ਉਹਦੀ ਨੌਲੇਜ ਹੈ, ਜਾਂ ਉਹਦਾ ਕਰੈਕਟਰ ਕਿਵੇਂ ਦਾ ਹੈ, ਤਾਂ ਉਹਨਾਂ ਚੀਜ਼ਾਂ ਨਾਲ ਇਨਸਾਨ ਮਹਾਨ ਬਣਦਾ, ਨਾ ਕਿ ਕੱਪੜਿਆਂ ਨਾਲ ਮਹਾਨ ਬਣਦਾ ਹੈ। Isn't it unwise to sport testily or otherwise any talk of such discrimination on such frivolous basis today। ਲੇਕਿਨ ਅੱਜ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੋਈ ਇਨਸਾਨ ਬਹੁਤ ਮਹਾਨ ਹੁੰਦਾ ਪਰ ਜੋ ਸਿੰਪਲ ਕੱਪੜੇ ਪਾ ਕੇ ਆ ਗਿਆ ਤਾਂ ਆਪਾਂ ਕਹਿੰਦੇ ਹਾਂ ਕਿ ਆਹ ਕੀ ਪਾ ਕੇ ਆ ਗਿਆ, ਚੱਜ ਦੇ ਕੱਪੜੇ ਨਹੀਂ ਪਾ ਕੇ ਆ ਸਕਦਾ ਸੀ। ਤਾਂ ਇਸ ਤਰ੍ਹਾਂ ਆਪਾਂ ਵੀ ਉਸ ਦੇ ਬਾਰੇ ਇਸ ਤਰ੍ਹਾਂ ਕਮੈਂਟਸ ਕਰਦੇ ਹਾਂ, ਤਾਂ ਇਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਤਾਂ ਇਹ ਸੀ ਬੱਚਿਓ ਥਰਡ ਪਾਰਟ, ਅਤੇ ਹੁਣ ਆਪਾਂ ਜਾ ਰਹੇ ਹਾਂ ਫੋਰਥ ਪਾਰਟ ਵੱਲ। Fourth part, the history of this great land is full of examples where no auspicious function was considered to be held properly without the participation of women। ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਹ ਦੇਖਿਆ ਜਾਂਦਾ ਸੀਗਾ, ਇਹ ਉਸ ਤਰ੍ਹਾਂ ਦੀ ਧਰਤੀ ਹੈ, ਸਾਡਾ ਜਿਹੜਾ ਭਾਰਤ ਹੈ ਇਹ ਇਹੋ ਜਿਹੀ ਧਰਤੀ ਹੈ, ਇਹੋ ਜਿਹੀ ਇਹਦੀ ਹਿਸਟਰੀ ਹੈ ਕਿ ਜਿੱਥੇ ਔਰਤ ਨੂੰ ਇੰਨੀ ਇੱਜ਼ਤ ਮਿਲਦੀ ਸੀ ਉਸ ਸਮੇਂ ਦੇ ਵਿੱਚ ਕਿ ਉਸ ਦੇ ਬਿਨਾਂ ਕੋਈ ਵੀ ਪਵਿੱਤਰ ਜਿਹੜਾ ਫੰਕਸ਼ਨ ਹੁੰਦਾ ਸੀ, ਔਸਪੀਸ਼ੀਅਸ ਫੰਕਸ਼ਨ, ਕੋਈ ਵੀ ਸ਼ੁਭ ਕੰਮ ਕਹਿ ਸਕਦੇ ਹਾਂ, ਉਹ ਔਰਤ ਤੋਂ ਬਿਨਾਂ ਕੰਪਲੀਟ ਨਹੀਂ ਮੰਨਿਆ ਜਾਂਦਾ ਸੀ। ਸੋ ਮਚ ਸੋ ਦੈਟ ਇਫ ਨੋ ਵੂਮਨ ਕੁਡ ਸਮਹਾਉ ਮੇਕ ਇਟ ਟੂ ਦ ਫੰਕਸ਼ਨ, ਅ ਸਟੈਚੂ ਆਫ ਦ ਵੂਮਨ ਵਾਜ਼ ਕ੍ਰੀਏਟਡ ਟੂ ਮਾਰਕ ਹਰ ਔਸਪੀਸ਼ੀਅਸ ਪ੍ਰੈਜ਼ੈਂਸ। ਇੱਥੋਂ ਤੱਕ ਕਿ ਜੇ ਕਦੇ ਔਰਤ ਉਪਲਬਧ ਨਹੀਂ ਹੈ, ਕਿਤੇ ਉਹ ਗਈ ਹੋਈ ਹੈ ਜਾਂ ਕਿਸੇ ਕਾਰਨ ਕਰਕੇ ਨਹੀਂ ਹੈ, ਜਾਂ ਉਹਦੀ ਡੈਥ ਹੋ ਗਈ ਕਹਿ ਸਕਦੇ ਹਾਂ,
ਤਾਂ ਉੱਥੇ ਵੀ ਫਿਰ ਉਹਦੇ ਵਰਗਾ ਹੀ ਇੱਕ ਸਟੈਚੂ ਬਣਾ ਕੇ ਨਾਲ ਬਿਠਾਇਆ ਜਾਂਦਾ ਸੀ ਮਰਦ ਦੇ, ਹਸਬੈਂਡ ਦੇ ਨਾਲ ਉਸਦੀ ਵਾਈਫ ਦਾ ਸਟੈਚੂ ਬਣਾ ਕੇ ਨਾਲ ਬਿਠਾਇਆ ਜਾਂਦਾ ਸੀ, ਤਾਂ ਹੀ ਉਹ ਜਿਹੜਾ ਆਸਪੀਸ਼ੀਅਸ ਪ੍ਰੈਜ਼ੈਂਸ ਉਹਦੀ ਮੰਨ ਕੇ ਫਿਰ ਉਹ ਸ਼ੁਭ ਕੰਮ ਪੂਰਾ ਕੀਤਾ ਜਾਂਦਾ ਸੀ। This only proves that a woman in this great land was never looked upon as an object of lust or sex। ਲੇਕਿਨ ਅੱਜ ਆਪਾਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਵੀ ਔਰਤਾਂ ਨੂੰ ਇੱਕ ਆਬਜੈਕਟ ਸਮਝਿਆ ਜਾਂਦਾ ਹੈ, ਕਾਸ ਦਾ, ਲਸਟ ਐਂਡ ਸੈਕਸ ਦਾ। She was always considered a ਦੇਵੀ। ਪੁਰਾਣੇ ਜ਼ਮਾਨੇ ਵਿੱਚ ਤਾਂ ਕਈ ਲੋਕ ਕਹਿੰਦੇ ਵੀ ਸੀ ਦੇਵੀ 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 ਕਹਿ ਕੇ ਹੀ ਔਰਤ ਨੂੰ ਬੁਲਾਇਆ ਜਾਂਦਾ ਸੀ। ਦੇਵੀ ਦਾ ਮਤਲਬ ਕਿ ਗੋਡੈਸ, ਕੰਜਕ ਮੰਨਿਆ ਜਾਂਦਾ ਸੀ। ਅਕੰਜਕ, ਕੰਜਕ ਕਿਹਨੂੰ ਕਹਿੰਦੇ ਨੇ? ਜਿਹੜੀ ਕਿ ਛੋਟੀ ਬੱਚੀ ਹੁੰਦੀ ਹੈ 8 ਸਾਲ ਤੋਂ ਛੋਟੀ, ਉਸਨੂੰ ਕੰਜਕ ਕਿਹਾ ਜਾਂਦਾ ਹੈ। ਅ ਯੰਗ ਅਨਮੈਰਿਡ ਗਰਲ ਚਾਈਲਡ ਫਿਟ ਟੂ ਬੀ ਵਰਸ਼ਿਪਡ, ਦ ਮਦਰ ਆਫ ਮੈਨਕਾਇੰਡ। ਇੱਕ ਔਰਤ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਤਾਂ ਰਾਜਿਆਂ ਨੂੰ ਵੀ ਜਨਮ ਦੇਣ ਵਾਲੀ ਹੈ ਨਾ, ਤਾਂ ਉਹਨੂੰ ਇੱਕ ਮਾਂ ਮੰਨਿਆ ਜਾਂਦਾ ਸੀ। ਦ ਅਰਧਾਂਗਿਨੀ, ਤਾਂ ਉਸਨੂੰ ਅਰਧਾਂਗਿਨੀ ਕਹਿ ਕੇ ਬੁਲਾਇਆ ਜਾਂਦਾ ਸੀ ਕਿ ਜਿਹੜੀ ਅਰਧ ਆਂਗਿਨੀ ਹੈ, ਮਤਲਬ ਕਿ ਜਿਹੜੀ ਜਿਸ ਤੋਂ ਬਿਨਾਂ ਜਿਹੜਾ ਇੱਕ ਮੈਨ ਹੈ ਉਹ ਇਨਕੰਪਲੀਟ ਹੈ। ਦ ਇਨਸੈਪਰੇਬਲ, ਕਿ ਇਸ ਦੇ ਬਿਨਾਂ ਇਨਸਾਨ ਪੂਰਾ ਹੀ ਨਹੀਂ ਹੈ ਔਰਤ ਦੇ ਬਿਨਾਂ। ਬਟ ਇਕੁਅਲ ਵੀਲ ਆਫ ਦ ਰਥ ਆਫ ਲਾਈਫ, ਜਿਸ ਨੂੰ ਕਿਹਾ ਜਾਂਦਾ ਸੀ ਕਿ ਇਹ ਜ਼ਿੰਦਗੀ ਦਾ ਇੱਕ ਪਹੀਆ ਹੈ, ਮੇਨ ਪਹੀਆ। This fitly explains Chhatrapati Shivaji's bowing his head before a woman and respectfully restoring her dignity as a mother when some misguided soldier of his victorious army presented her to Shivaji as a gift। ਇੱਕ ਵਾਰ ਕੀ ਹੋਇਆ ਸੀ ਕਿ ਛਤਰਪਤੀ ਸ਼ਿਵਾਜੀ ਜੋ ਕਿ ਇੱਕ ਬਹੁਤ ਹੀ ਮਹਾਨ ਯੋਧਾ ਸੀਗੇ, ਉਹਨਾਂ ਨੇ ਇੱਕ ਵਾਰ ਕੋਈ ਯੁੱਧ ਜਿੱਤਿਆ। ਤਾਂ ਯੁੱਧ ਜਿੱਤਣ ਤੋਂ ਬਾਅਦ ਜਿਵੇਂ ਕਿ ਆਪਾਂ ਵੀ ਕਰਦੇ ਹਾਂ ਕਿ ਕੁਛ ਅੱਛਾ ਹੁੰਦਾ ਤਾਂ ਆਪਾਂ ਪਾਰਟੀ ਕਰਦੇ ਹਾਂ, ਤਾਂ ਛਤਰਪਤੀ ਸ਼ਿਵਾਜੀ ਨੇ ਜਦੋਂ ਯੁੱਧ ਜਿੱਤਿਆ ਤਾਂ ਕੈਂਪਸ ਲੱਗੇ ਹੋਏ ਸੀਗੇ, ਤਾਂ ਉਹਨਾਂ ਦਾ ਇੱਕ ਵਜ਼ੀਰ ਸੀਗਾ, ਉਸਨੇ ਸੋਚਿਆ ਕਿ ਅੱਜ ਛਤਰਪਤੀ ਸ਼ਿਵਾਜੀ ਨੂੰ ਖੁਸ਼ ਕੀਤਾ ਜਾਵੇ, ਪਾਰਟੀ ਮਨਾਈ ਜਾਵੇ। ਤਾਂ ਉਹਨਾਂ ਨੇ ਰਾਤ ਦੇ ਲਈ ਉਹਨਾਂ ਦੇ ਲਈ ਇੱਕ ਔਰਤ ਲਿਆਂਦੀ। ਤਾਂ ਉਹ ਔਰਤ ਨੂੰ ਛਤਰਪਤੀ ਸ਼ਿਵਾਜੀ ਦੇ ਪਹਿਲਾਂ ਹੀ ਕੈਂਪ ਦੇ ਵਿੱਚ ਉਸਨੂੰ ਰੱਖਿਆ ਗਿਆ ਸਜਾ ਕੇ, ਕਿ ਛਤਰਪਤੀ ਸ਼ਿਵਾਜੀ ਆਉਣਗੇ ਤਾਂ ਉਸਨੂੰ ਦੇਖ ਕੇ ਉਹ ਖੁਸ਼ ਹੋ ਜਾਣਗੇ। ਤਾਂ ਛਤਰਪਤੀ ਸ਼ਿਵਾਜੀ ਜਦੋਂ ਐਂਟਰ ਕੀਤੇ ਤਾਂ ਉਹਨਾਂ ਨੇ ਦੇਖਿਆ ਕਿ ਵਜ਼ੀਰ ਖੜਾ ਸੀ, ਔਰਤ ਬੈਠੀ ਸੀ। ਤਾਂ ਉਸਨੇ ਦੇਖਿਆ ਕਿ ਇਹ ਔਰਤ ਕੌਣ ਹੈ, ਤਾਂ ਉਹਨਾਂ ਨੇ ਕਿਹਾ ਇਹ ਤੁਹਾਡੇ ਲਈ ਹੀ ਅਸੀਂ ਲੈ ਕੇ ਆਏ ਹਾਂ, ਤੁਸੀਂ ਅੱਜ ਰਾਤ ਇਹਦੇ ਨਾਲ ਇੰਜੋਏ ਕਰ ਸਕਦੇ ਹੋ। ਤਾਂ ਉਹ ਬੜੇ ਗੁੱਸੇ ਹੋਏ ਛਤਰਪਤੀ ਸ਼ਿਵਾਜੀ, ਅਤੇ ਉਹਨਾਂ ਨੇ ਉਸ ਔਰਤ ਨੂੰ ਮਾਂ ਕਹਿ ਕੇ ਬੁਲਾਇਆ, ਹਰ ਡਿਗਨਿਟੀ ਐਜ਼ ਅ ਮਦਰ। ਤਾਂ ਉਹਨਾਂ ਨੇ ਉਸਨੂੰ ਮਾਂ ਕਹਿ ਕੇ ਬੁਲਾਇਆ, ਅਤੇ ਜਿਹੜਾ ਉਹ ਸੋਲਜਰ ਸੀਗਾ, ਜਿਹੜਾ ਉਹਨਾਂ ਦਾ ਵਜ਼ੀਰ ਸੀ, ਉਸਨੂੰ ਬਹੁਤ ਹੀ ਫਟਕਾਰ ਲਗਾਈ ਕਿ ਔਰਤ ਕੋਈ ਆਬਜੈਕਟ ਆਫ ਲਸਟ ਜਾਂ ਸੈਕਸ ਨਹੀਂ ਹੈ। ਦਿਸ ਟੂ ਐਕਸਪਲੇਨਸ ਦੈਟ ਦ ਗ੍ਰੇਟ ਵਾਰਸ ਇਨ ਬੋਥ ਦ ਸੈਕਰਡ ਐਪਿਕਸ। ਅਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਮਹਾਨ ਆਪਣੇ ਗ੍ਰੰਥ ਨੇ, ਜਿਵੇਂ ਕਿ ਦਾ ਰਾਮਾਇਣ, ਦਾ ਮਹਾਭਾਰਤ, ਉਹਨਾਂ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਉਹ ਕਿਉਂ ਹੋਏ? ਔਰਤ ਦੀ ਇੱਜ਼ਤ ਦੇ ਲਈ। ਰਾਮਾਇਣ ਦੇ ਵਿੱਚ ਮਾਤਾ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ, ਤਾਂ ਉਹਨਾਂ ਦੀ ਇੱਜ਼ਤ ਬਚਾਉਣ ਦੇ ਲਈ ਸ਼੍ਰੀ ਰਾਮ ਨੇ ਚੜ੍ਹਾਈ ਕੀਤੀ ਲੰਕਾ ਦੇ ਉੱਪਰ। ਮਹਾਭਾਰਤ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦ੍ਰੌਪਦੀ ਦੇ ਉੱਪਰ ਹੱਥ ਪਾਇਆ ਦੁਸ਼ਾਸਨ ਨੇ, ਤਾਂ ਮਹਾਭਾਰਤ ਵਰਗਾ ਬੜਾ ਯੁੱਧ ਹੋਇਆ। ਤਾਂ ਇਹ ਆਪਾਂ ਦੇਖਦੇ ਹਾਂ ਕਿ ਮਹਾਨ ਜਿਹੜੇ ਐਪਿਕਸ ਨੇ ਉਹਨਾਂ ਤੋਂ ਵੀ ਆਪਾਂ ਨੂੰ ਇਹ ਸਿੱਖ ਮਿਲਦੀ ਹੈ ਕਿ ਔਰਤ ਦੀ ਕਿੰਨੀ ਇੱਜ਼ਤ ਕੀਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ। ਵਰ ਫੋਰਟ ਫॉर डिफेंडिंग एंड अपहोल्डिंग द ऑनर ऑफ ਮਾਤਰ ਸ਼ਕਤੀ। ਤਾਂ ਇਹਨੂੰ ਮਾਤਰ ਸ਼ਕਤੀ, ਔਰਤ ਨੂੰ ਮਾਤਰ ਸ਼ਕਤੀ ਕਿਹਾ ਜਾਂਦਾ ਸੀ। ਮਾਤਰ ਦਾ ਮਤਲਬ ਕੀ ਹੈ? ਮਾਂ। ਸ਼ਕਤੀ ਮੀਨਸ ਜੋ ਜਨਮ ਦੇ ਸਕਦੀ ਹੈ। ਦ ਪਾਵਰਫੁਲ ਮਦਰਹੁੱਡ। Does this not put those to shame who think of resorting to female feticide or denying the female sex their rightful place in the affairs of the world? ਅਤੇ ਆਪਾਂ ਨੂੰ ਇਹ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਕਿ ਅੱਜ ਔਰਤ ਦਾ ਭਰੂਣ ਹੱਤਿਆ ਵਰਗਾ ਮਤਲਬ ਬਹੁਤ ਹੀ ਭਿਆਨਕ ਪਾਪ ਕਰਦੇ ਨੇ, ਅਤੇ ਜੋ ਅੱਜ ਔਰਤ ਨੂੰ ਅੱਗੇ ਵਧਣ ਤੋਂ ਰੋਕਦੇ ਨੇ, ਉਹਨਾਂ ਦੇ ਲਈ ਇਹ ਸਾਰੀਆਂ ਐਗਜ਼ਾਮਪਲਸ ਉਹਨਾਂ ਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ ਨੇ, ਸਮਝਣੀਆਂ ਚਾਹੀਦੀਆਂ ਨੇ ਕਿ ਔਰਤ ਕਿੱਡੀ ਵੱਡੀ ਸ਼ਕਤੀ ਹੈ ਅਤੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਏਂਸ਼ੀਅੰਟ ਇੰਡੀਆ ਦੇ ਵਿੱਚ ਇਸ ਨੂੰ ਕਿੰਨਾ ਮਹਾਨ ਦਰਜਾ ਪ੍ਰਾਪਤ ਹੋਇਆ ਸੀ। ਤਾਂ ਇਹ ਸੀ ਬੱਚੋ ਤੁਹਾਡਾ ਲੈਸਨ ਸਮ ਗਲਿੰਪਸਿਸ ਆਫ ਐਂਸ਼ੀਅੰਟ ਇੰਡੀਅਨ ਥੋਟ ਐਂਡ ਪ੍ਰੈਕਟਿਸਿਸ। ਅਤੇ ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿਹਨਾਂ ਨੇ ਲਿਖਿਆ, ਇਹ ਵੀ ਕੁਐਸਚਨ ਤੁਹਾਨੂੰ ਕਈ ਵਾਰ ਆ ਜਾਂਦਾ ਹੁੰਦਾ ਹੈ।
ऑथर कौन है? द ऑथर डॉक्टर डी.वी. जिंदल। डी.वी. जिंदल जो कि सीनियर ਲੈਕਚਰਰ ਰਹੇ ਨੇ, ਪ੍ਰਿੰਸੀਪਲ ਰਹੇ ਨੇ SCD ਗਵਰਨਮੈਂਟ ਕਾਲਜ ਲੁਧਿਆਣਾ ਦੇ। ਤਾਂ ਇਹ ਸੀ ਤੁਹਾਡਾ ਲੈਸਨ। ਨੀਚੇ ਤੁਸੀਂ ਇਹਦੀ ਗਲੋਸਰੀ ਪੜ੍ਹ ਸਕਦੇ ਹੋ, ਇਹਦੇ ਵਿੱਚ ਵਰਡ ਮੀਨਿੰਗ ਹੁੰਦੇ ਨੇ। ਇਸ ਦੇ ਨਾਲ ਹੀ ਇਸ ਦੇ ਅੱਗੇ ਕੁਐਸਚਨ ਆਨਸਰਸ ਨੇ, ਇਹ ਕੁਐਸਚਨ ਆਨਸਰ ਆ ਗਏ ਤੁਹਾਡੇ, ਤੇ ਆਪਾਂ ਜਲਦੀ ਹੀ ਇਹ ਕੁਐਸਚਨ ਆਨਸਰ ਵੀ ਡਿਸਕਸ ਕਰਾਂਗੇ। ਸੋ ਥੈਂਕ ਯੂ ਵੈਰੀ ਮਚ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਏਗਾ ਲੈਸਨ ਪੂਰੀ ਤਰ੍ਹਾਂ। ਓਕੇ ਦੈਨ, ਬਾਏ ਬਾਏ।